ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਖੇਤੀ ਮਸ਼ੀਨਰੀ ਕਰੋੜਾਂ ਰੁਪਏ ਦੇ ਘੁਟਾਲੇ ਦਾ ਧੂੰਆਂ ਉੱਠਿਆ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ ਬਹੁਤ। ਚਰਨਜੀਤ ਜੀ, ਦਿੱਲੀ ਐਨਸੀਆਰ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਪ੍ਰਦੂਸ਼ਣ ਦਾ ਪੱਧਰ ਵੱਧਦਾ ਜਾ ਰਿਹਾ, ਜਿਸ ਨੂੰ ਲੈ ਕੇ ਕਈ ਵਾਰ ਜਿਹੜਾ ਹੈਗਾ ਦਿੱਲੀ ਸਰਕਾਰ ਆਪਣੇ ਵੱਲੋਂ ਪੱਖ ਵਾਰ-ਵਾਰ ਰੱਖਦੀ ਰਹੀ ਹੈ, ਪਰ ਸੁਪਰੀਮ ਕੋਰਟ ਨੇ ਲੰਘੇ ਦਿਨੀ ਜਿਹੜਾ ਹੈਗਾ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਦੀ ਝਾੜ ਝੰਬ ਕੀਤੀ ਹੈ, ਜਿਸ ਤੋਂ ਬਾਅਦ ਦਿੱਲੀ ਸਰਕਾਰ ਵੱਲੋਂ ਦਿੱਲੀ ਦੇ ਸਕੂਲਾਂ ਨੂੰ ਇੱਕ ਹਫ਼ਤੇ ਲਈ ਬੰਦ ਕਰ ਦਿੱਤਾ ਗਿਆ। ਉੱਥੇ ਹੀ ਜਿਹੜਾ ਹੈਗਾ ਸਾਰੇ ਦਫ਼ਤਰਾਂ ਦੇ ਵਿੱਚ ਮੁਲਾਜ਼ਮਾਂ ਨੂੰ ਵੀ ਘਰੋਂ ਕੰਮ ਕਰਨ ਦੇ ਜਿਹੜੇ ਆਦੇਸ਼ ਜਾਰੀ ਕੀਤੇ ਨੇ। ਅਸੀਂ ਜਾਣਨਾ ਚਾਹਾਂਗੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਤੇ ਕੀ ਹਾਲਾਤ ਹੁਣ ਚੱਲ ਰਹੇ ਨੇ, ਆਖਰ ਸੁਪਰੀਮ ਕੋਰਟ ਨੂੰ ਅਜਿਹਾ ਝਾੜ ਝੰਬ ਦੀ ਲੋੜ ਕਿਉਂ ਪਈ ਹੈ? ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਕੱਲ੍ਹ ਸੁਪਰੀਮ ਕੋਰਟ ਨੇ ਦਿੱਲੀ ਦੇ ਵਿੱਚ ਜਿਹੜੀ ਪ੍ਰਦੂਸ਼ਣ ਦੀ ਮਾਤਰਾ ਹੈ ਜਾਂ ਲੈਵਲ ਹੈ ਉਹਦੇ ਵਾਧੇ ਨੂੰ ਦੇਖਦੇ ਹੋਏ ਜਿਹੜੀ ਕੇਂਦਰ ਸਰਕਾਰ ਔਰ ਦਿੱਲੀ ਸਰਕਾਰ ਦੀ ਇੱਕ ਤਰੀਕੇ ਨਾਲ ਝਾੜ ਝੰਬ ਕੀਤੀ ਹੈ। ਤਾਂ ਚੀਫ ਜਸਟਿਸ ਨੇ ਜੋ ਮੁੱਖ ਤੌਰ 'ਤੇ ਗੱਲਾਂ ਕਹੀਆਂ ਨੇ ਜੀ, ਉਹਦੇ ਵਿੱਚ ਇੱਕ ਤਾਂ ਇਹ ਕਹੀ ਗਈ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਦਿੱਲੀ ਦੇ ਵਿੱਚ ਬਣੇ ਹੋਏ ਨੇ ਜੀ, ਉਹ ਬੜੇ ਐਮਰਜੈਂਸੀ ਵਰਗੇ ਨੇ। ਤਾਂ ਦਿੱਲੀ ਸਰਕਾਰ ਨੂੰ ਚਾਹੀਦਾ ਕਿ ਫੌਰੀ ਇਹਨੂੰ ਕੰਟਰੋਲ ਕਰਨ ਦੇ ਲਈ ਜਿਹੜੇ ਕਦਮ ਹੈ ਉਹ ਚੁੱਕੇ ਜਾਣ, ਜਿਸ ਨੂੰ ਦੇਖਦੇ ਹੋਏ ਅਰਵਿੰਦ ਕੇਜਰੀਵਾਲ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਉੱਥੇ ਸਕੂਲ ਵੀ ਬੰਦ ਕੀਤੇ ਕੁਝ ਦਿਨਾਂ ਦੇ ਲਈ, ਔਰ ਜਿਹੜੇ ਆਪਣੇ ਸਰਕਾਰੀ ਦਫ਼ਤਰ ਹੈ ਉਹਨਾਂ ਨੂੰ ਵੀ ਘਰਾਂ ਤੋਂ ਜਿਹੜੇ ਮੁਲਾਜ਼ਮ ਹੈ ਕੰਮ ਕਰਨ ਦੇ ਲਈ ਕਿਹਾ ਗਿਆ ਹੈ। ਜੀ, ਇੱਕ ਗੱਲ ਤਾਂ ਉਹਦੇ ਵਿੱਚ ਇਹ ਗੱਲ ਕਲੀਅਰ ਹੋਈ ਹੈ, ਸੁਪਰੀਮ ਕੋਰਟ ਨੇ ਜਿਹੜੀਆਂ ਕੱਲ੍ਹ ਟਿੱਪਣੀਆਂ ਕੀਤੀਆਂ ਜਾਂ ਗੱਲਾਂ ਕਹੀਆਂ ਨੇ। ਜੀ, ਦੂਸਰਾ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੀ ਕਿਸਾਨੀ ਬਾਰੇ ਜਾਂ ਸਮੁੱਚੀ ਕਿਸਾਨੀ ਬਾਰੇ, ਕਿਉਂਕਿ ਪਰਾਲੀ ਦਾ ਜਿਹੜਾ ਇਸ਼ੂ ਹੈ ਇਹ ਮੁੱਖ ਤੌਰ 'ਤੇ ਪੰਜਾਬ, ਹਰਿਆਣਾ ਔਰ ਜਿਹੜੀ ਵੈਸਟਰਨ ਯੂਪੀ ਹੈ ਜੀ, ਉੱਥੋਂ ਤੱਕ ਹੀ ਤਾਲੁਕ ਰੱਖਦਾ ਹੈਗਾ, ਕਿਉਂਕਿ ਜ਼ਿਆਦਾ ਪਰਾਲੀ ਇਸ ਖਿੱਤੇ ਦੇ ਵਿੱਚ ਸਾੜੀ ਜਾਂਦੀ ਹੈਗੀ ਹੈ। ਤਾਂ ਉਹਨਾਂ ਨੇ ਕਿਹਾ ਕਿ ਇਹ ਇੱਕ ਰਿਵਾਜ਼ ਹੀ ਬਣ ਗਿਆ ਕਿ ਜਦੋਂ ਵੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਵੱਧਦਾ ਹੈਗਾ ਤਾਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਇਹਦੇ ਲਈ ਕਿਸਾਨ ਜ਼ਿੰਮੇਵਾਰ ਹੈ ਕਿ ਜਿਹੜੇ ਪਰਾਲੀ ਨੂੰ ਸਾੜਦੇ ਨੇ, ਇਹਨਾਂ ਦਿਨਾਂ 'ਚ ਜਾਂ ਅੱਗ ਲਾਉਂਦੇ ਨੇ। ਜੀ, ਅਜਿਹੀ ਕੋਈ ਗੱਲ ਨਹੀਂ। ਉਹ ਕਹਿੰਦੇ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ, ਕਿਉਂਕਿ ਸਾਰਾ ਠੀਕਰ ਹੈ ਜਿਹੜਾ ਉਹ ਕਿਸਾਨ ਦੇ ਸਿਰ ਭੰਨ ਦਿੱਤਾ ਜਾਂਦਾ ਹੈ। ਉਹਨਾਂ ਨੇ ਸਾਫ਼ ਕਿਹਾ ਆਪਣੀਆਂ ਜੇ ਟਿੱਪਣੀਆਂ ਦੇ ਵਿੱਚ ਕਿ 70% ਜਿਹੜਾ ਪੋਲੂਸ਼ਨ ਹੈ ਦਿੱਲੀ ਦੇ ਵਿੱਚ ਉਹ ਹੋਰਨਾਂ ਕਾਰਨਾਂ ਕਰਕੇ ਹੈ। ਜਿਸ ਤਰ੍ਹਾਂ ਦੇਖਿਆ ਜਾਵੇ ਤਾਂ ਤਕਰੀਬਨ 30 ਲੱਖ ਜਿਹੜੇ ਵਾਹਨ ਹੈ ਉਹ ਇਕੱਲੇ ਦਿੱਲੀ ਦੇ ਵਿੱਚ ਚੱਲਦੇ ਨੇ ਡੇਲੀ, ਉਹਨਾਂ ਦਾ ਵੀ ਪ੍ਰਦੂਸ਼ਣ ਹੈ। ਬਾਕੀ ਦੀਵਾਲੀ ਦਾ ਤਿਉਹਾਰ ਹੁਣੇ ਲੰਘ ਕੇ ਗਿਆ, ਉਹਦਾ ਵੀ ਪ੍ਰਦੂਸ਼ਣ ਉਹਦੇ ਨਾਲ ਜਿਹੜੀ ਮਾਤਰਾ ਹੈ ਵੱਧ ਜਾਂਦੀ ਹੈ। ਜੀ, ਤਾਂ ਉਹ ਕਹਿੰਦੇ ਵੀ ਇਕੱਲੇ ਕਿਸਾਨੀ ਨੂੰ ਤੇ ਇਲਜ਼ਾਮ ਲਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਤੀਸਰਾ, ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਇੱਕ ਗੱਲ ਸਾਫ਼ ਹੋਈ ਹੈ ਕਿ ਜਿਹੜੀ ਕਿਸਾਨ ਦੀ ਹਾਲਤ ਬਾਰੇ, ਉਹਨਾਂ ਦੀ ਵਿੱਤੀ ਹਾਲਤ ਕਿਹੋ ਜਿਹੀ ਹੈ। ਜਿਸ ਤਰ੍ਹਾਂ ਕਿਸਾਨ ਧਿਰਾਂ ਨੇ, ਸੰਯੁਕਤ ਕਿਸਾਨ ਮੋਰਚਾ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਆਪਣੀ ਦਿੱਲੀ ਦੀਆਂ ਹੱਦਾਂ 'ਤੇ ਬੈਠੇ ਨੇ ਜਾਂ ਸੰਘਰਸ਼ ਕਰ ਰਹੇ ਨੇ ਕਿ ਸਾਡੇ ਲਈ ਮਾਰੂ ਸਾਬਤ ਹੋ ਸਕਦੇ ਨੇ। ਤਾਂ ਸੁਪਰੀਮ ਕੋਰਟ ਨੇ ਵੀ ਇਸ ਗੱਲ 'ਤੇ ਮੋਹਰ ਲਾਈ ਹੈ ਟੇਢੇ ਤਰੀਕੇ ਨਾਲ ਕਿ ਜਿਹੜੇ ਕਿਸਾਨੀ ਦੇ ਹਾਲਾਤ ਹੈ, ਵਿੱਤੀ ਹਾਲਾਤ ਹੈ, ਉਹ ਸੁਖਾਵੇਂ ਨਹੀਂ ਇੱਕ ਤਰੀਕੇ ਨਾਲ, ਅਤੇ ਕਿਸਾਨ ਹੈ ਜਿਹੜਾ ਉਹ ਇੰਨੀ ਪਹੁੰਚ ਦੇ ਵਿੱਚ ਨਹੀਂ ਕਿ ਉਹ ਜਿਹੜੀ ਪਰਾਲੀ ਦੀ ਰਹਿੰਦ ਖੂੰਹਦ ਹੈ ਉਹਨੂੰ ਸਾਂਭਣ ਲਈ ਜਾਂ ਉਹਦਾ ਪ੍ਰਬੰਧਨ ਕਰਨ ਦੇ ਲਈ ਕਿ ਆਪਣੀ ਤਰਫੋਂ ਕੋਈ ਰਿਸੋਰਸਿਸ ਜੁਟਾ ਸਕੇ। ਜੀ, ਤਾਂ ਇੱਕ ਤਾਂ ਇਹ ਹੋ ਗਿਆ ਸਾਰੀਆਂ ਇਹਨਾਂ ਗੱਲਾਂ ਤੋਂ ਸਾਫ਼ ਕਿ ਕੇਜਰੀਵਾਲ ਸਰਕਾਰ ਜਿਹੜੀ ਗੱਲ ਹੁਣ ਤੱਕ ਕਹਿੰਦੀ ਆਈ ਸੀ ਜੀ, ਕਿ ਇਹਦੇ ਲਈ ਕਿਸਾਨ ਜ਼ਿੰਮੇਵਾਰ ਨੇ, ਉਸ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਦੂਸਰਾ, ਆਮ ਲੋਕਾਂ ਦੇ ਵਿੱਚ ਇੱਕ ਪਰਸੈਪਸ਼ਨ ਹੈ ਜਿਹੜੀ ਉਹ ਖੜੀ ਕੀਤੀ ਗਈ ਸੀ ਆਤਿਸ਼, ਉਹਦੇ 'ਚ ਲੋਕਾਂ ਨੂੰ ਇਹ ਲੱਗਦਾ ਸੀ ਕਿ ਜਿਸ ਤਰ੍ਹਾਂ ਵਾਤਾਵਰਨ ਨੂੰ ਪਲੀਤ ਕਰਦਾ ਜਿਹੜਾ ਉਹ ਇਕੱਲਾ ਕਿਸਾਨ ਕਰ ਰਿਹਾ ਹੈ ਜਾਂ ਪਰਾਲੀ ਦੀ ਅੱਗ ਲੱਗਣ ਨਾਲ ਪਲੀਤ ਹੋ ਰਿਹਾ ਵਾਤਾਵਰਨ। ਹਾਲਾਂਕਿ ਇਹ 2 ਹਫ਼ਤੇ ਦਾ ਸਿਲਸਿਲਾ ਹੁੰਦਾ ਹੈ। ਅਸੀਂ ਕਿਸੇ ਵੀ ਤਰ੍ਹਾਂ ਵਾਤਾਵਰਨ ਨੂੰ ਖਰਾਬ ਕਰਨ ਵਾਲੇ ਸਟੈਪ ਦੇ ਵਿੱਚ ਜਾਂ ਉਹਨੂੰ ਪਲੀਤ ਕਰਨ ਵਾਲੇ ਕਦਮਾਂ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਉਂਦੇ, ਪਰ ਅਸੀਂ ਇਸ ਗੱਲ ਦੀ ਵੀ ਨਿੰਦਾ ਕਰਦੇ ਹਾਂ ਕਿ ਇਹਦੇ ਲਈ ਇਕੱਲੀ ਕਿਸਾਨੀ ਹੈ ਜਿਹੜੀ ਉਹ ਜ਼ਿੰਮੇਵਾਰ ਨਹੀਂ। ਹਾਲਾਂਕਿ ਵਾਤਾਵਰਨ ਹੈ ਜਿਹੜਾ ਇੱਕ ਵੱਡੇ ਇਸ਼ੂ ਦੇ ਤੌਰ 'ਤੇ ਸਮੁੱਚੇ ਵਿਸ਼ਵ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਹੈਗਾ। ਖਾਸ ਤੌਰ 'ਤੇ ਯੂਰਪ ਦੇ ਵਿੱਚ ਤਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਬਹੁਤ ਸਾਰੇ ਮੁਲਕਾਂ ਦੀਆਂ, ਉਹਨਾਂ ਨੇ ਇੱਕ ਇਸ਼ੂ ਦੇ ਤੌਰ 'ਤੇ ਵਾਤਾਵਰਨ ਨੂੰ ਲਿਆ ਹੈਗਾ। ਤਾਂ ਇਹ ਸਾਰੇ ਵਿਸ਼ਵ ਦਾ ਇੱਕ ਵੱਡਾ ਮੁੱਦਾ ਹੈਗਾ ਅਤੇ ਹਿੰਦੁਸਤਾਨ ਦਾ ਵੀ ਮੁੱਦਾ ਹੈ, ਉਹਦੇ ਨਾਲ ਪੰਜਾਬ ਦਾ ਵੀ ਮੁੱਦਾ ਹੈਗਾ। ਪਰ ਇਸ ਨੂੰ ਇਕੱਲਾ ਕਿਸਾਨੀ ਦੇ ਉੱਪਰ ਸਿੱਟ ਦੇਣਾ ਜਾਂ ਠੀਕਰਾ ਭੰਨ ਦੇਣਾ ਕਿਸਾਨੀ 'ਤੇ, ਉਹ ਕਿਸੇ ਤਰ੍ਹਾਂ ਅਸੀਂ ਵਾਜਬ ਨਹੀਂ ਮੰਨਦੇ। ਹਾਲਾਂਕਿ ਪੰਜਾਬ ਦੇ ਸੰਦਰਭ ਦੇ ਵਿੱਚ ਆਪਾਂ ਦੇਖੀਏ
ਕਿ ਕਾਰਪੋਰੇਟ ਹੈ, ਜਦੋਂ ਸਾਡੇ ਸਨਅਤੀਕਰਨ ਹੋਣਾ ਸ਼ੁਰੂ ਹੋਇਆ ਤਾਂ ਉਦੋਂ ਪਹਿਲਾਂ ਤਾਂ ਕੋਈ ਕਦੇ ਵੀ ਇਸ ਕਿਸਮ ਦਾ ਮੁੱਦਾ ਨਹੀਂ ਸੀ ਪੋਲੂਸ਼ਨ ਦਾ। ਜੀ ਚਾਹੇ ਠੀਕ ਹੈ ਕਿ ਵਿਗਿਆਨਕ ਯੁੱਗ ਦੇ ਵਿੱਚ ਜਾਂ ਵਕਤ ਦੇ ਦੌਰ ਨੂੰ ਸਮਝਦੇ ਹਾਂ, ਅਸੀਂ ਅੱਗੇ ਚੱਲਦੇ ਹਾਂ, ਸਾਨੂੰ ਇਹ ਚੀਜ਼ਾਂ ਜ਼ਰੂਰੀ ਨੇ, ਪਰ ਉਹਦੇ ਨਾਲ ਜਿਹੜੀਆਂ ਪੋਲੂਸ਼ਨ ਦੀਆਂ ਸਮੱਸਿਆਵਾਂ ਨੇ ਉਹ ਵੀ ਵਧੀਆਂ ਨੇ। ਜਿਵੇਂ ਅਕਸਰ ਕਿਹਾ ਜਾਂਦਾ ਕਿ ਜਿਹੜਾ ਸਤਲੁਜ ਦਰਿਆ ਹੈ ਉਹਦੇ ਵਿੱਚ ਲੁਧਿਆਣਾ ਦੀਆਂ ਸਨਅਤਾਂ ਦਾ ਜਿਹੜਾ ਪਾਣੀ ਹੈ ਜਿਹੜਾ ਪੋਲੂਟ ਹੋਇਆ ਉਹ ਪੈਂਦਾ, ਡਿਸਚਾਰਜ ਪੈਂਦਾ ਹੈ। ਇਸ ਤਰ੍ਹਾਂ ਜਲੰਧਰ ਦੀਆਂ ਜਿਹੜੇ ਚਮੜਾ ਉਦਯੋਗ ਹੈ ਉਹਦਾ ਪਾਣੀ ਸਾਰਾ ਪੈਂਦਾ ਹੈ। ਇਸ ਤਰ੍ਹਾਂ ਸਤਲੁਜ ਦੇ ਕਿਨਾਰੇ ਜਾਂ ਨੇੜਲੇ ਜਿਹੜੇ ਸ਼ਹਿਰ ਹੈ ਉਹਨਾਂ ਦਾ ਜਿਹੜਾ ਨਿਕਾਸ ਹੈ ਉਹ ਸਤਲੁਜ ਦੇ ਵਿੱਚ ਪੈਂਦਾ ਹੈ। ਕੀ ਸਰਕਾਰਾਂ ਨੇ ਕਦੇ ਕੋਈ ਕਦਮ ਚੁੱਕਿਆ? ਕਦੇ ਕਿਸੇ ਸਨਅਤ ਜਿਹੜੀ ਪੋਲੂਟ ਕਰਦੀ ਹੈ, ਜਿਵੇਂ ਬਹੁਤ ਸਾਰੀਆਂ ਸਨਅਤਾਂ ਨੇ ਆਪਣਾ ਜਿਹੜਾ ਪਾਣੀ ਹੈ ਉਹਦਾ ਡਿਸਚਾਰਜ ਹੈ ਜਿਹੜਾ ਉਹ ਧਰਤੀ ਦੇ ਵਿੱਚ ਗਰਾਊਂਡ ਵਾਟਰ ਦੇ ਵਿੱਚ ਕੀਤਾ ਹੋਇਆ ਹੈ, ਕੀ ਕਦੇ ਕੋਈ ਸਟੈਪ ਚੁੱਕਿਆ ਗਿਆ? ਲੁਧਿਆਣਾ ਦੇ ਵਿੱਚ ਕਈ ਸਾਲਾਂ ਪਹਿਲਾਂ ਪੁਰਾਣੀ ਗੱਲ ਹੈਗੀ ਹੈ ਕਿ ਉੱਥੇ ਇੱਕ ਵਾਰੀ ਪੋਲੂਸ਼ਨ ਦੇ ਇਸ਼ੂ ਨੂੰ ਲੈ ਕੇ ਕਿ ਸਤਲੁਜ ਤੁਸੀਂ ਪਾਣੀ ਪਾਉਣੇ ਹੋ, ਕਿ ਉਹਨਾਂ ਦੇ ਟਰੀਟਮੈਂਟ ਪਲਾਂਟ ਜਿਹੜੇ ਚੱਲਦੇ ਨਹੀਂ ਸੀ, ਫੈਕਟਰੀਆਂ ਦੇ ਕਨੈਕਸ਼ਨ ਕੱਟ ਦਿੱਤੇ ਗਏ ਸੀ। ਤਾਂ ਉਸ ਟਾਈਮ ਦੀ ਹਕੂਮਤ ਨੇ ਨਾਲ ਦੀ ਨਾਲ ਹੀ ਪ੍ਰੈਸ਼ਰ ਚੱਲਦਿਆਂ ਉਹ ਕਨੈਕਸ਼ਨ ਬਹਾਲ ਕਰ ਦਿੱਤੇ ਗਏ ਸੀਗੇ। ਤੇ ਕਿਸਾਨ ਤੇ ਤਾਂ ਪਿੱਛੇ ਆਪਾਂ ਦੇਖੇ ਕਿ ਪਰਚੇ ਦਰਜ ਕਰਨ ਦੀ ਵੀ ਗੱਲ ਚੱਲੀ ਸੀ ਕਿ ਪਰਚੇ ਦਰਜ ਹੋਣੇ ਚਾਹੀਦੇ ਆ। ਅਸੀਂ ਕਹਿਣਾ ਹੋਣੇ ਚਾਹੀਦੇ ਆ, ਪਰ ਉਹਦੀ ਸ਼ੁਰੂਆਤ ਕਿੱਥੋਂ ਹੋਣੀ ਚਾਹੀਦੀ ਹੈ ਕਿ ਜਿਹੜਾ ਪੂਰਾ ਸਾਲ ਪੋਲੂਟ ਕਰਦੇ ਨੇ ਸਾਡੇ ਵਾਤਾਵਰਨ ਨੂੰ, ਉੱਥੋਂ ਇਹਦੀ ਸ਼ੁਰੂਆਤ ਹੋਣੀ ਚਾਹੀਦੀ ਹੈ। ਤਾਂ ਇਸ ਤਰ੍ਹਾਂ ਹੀ ਜਿਵੇਂ ਆਪਾਂ ਦੇਖੀਏ ਕਿ ਥਰਮਲਾਂ ਦੀ ਗੱਲ ਕਰਦੇ ਹੈਗੇ ਆ ਕਿ ਥਰਮਲਾਂ ਦੇ ਵਿੱਚ ਜਿਹੜੇ ਪ੍ਰਦੂਸ਼ਣ ਰੋਕੂ ਯੰਤਰ ਲਗਾਉਣੇ ਸੀ, ਪਿੱਛੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਫੈਸਲਾ ਦਿੱਤਾ ਸੀ, ਉਹ ਚਾਹੇ ਡੇਟ ਵਧਾ ਦਿੱਤੀ ਗਈ ਹੈ, ਕੀ ਉਹਨਾਂ ਨੇ ਪਹਿਲ ਕੀਤੀ? ਹਾਲਾਂਕਿ ਕਾਰਪੋਰੇਟ ਜਗਤ ਹੈ ਜਿਹੜਾ ਇਸ ਕਿਸਮ ਦਾ ਬੜੀ ਚੁਸਤ ਚਲਾਕੀ ਵਰਤਦਾ ਹੈ। ਸਾਡੇ ਪੰਜਾਬ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਤੋਂ ਅਸੀਂ ਕੀ ਦੇਖਿਆ ਕਿ ਸਾਡੀਆਂ ਜਿਹੜੀਆਂ ਰਵਾਇਤੀ ਫਸਲਾਂ ਸੀ ਉਹ ਅਸੀਂ ਨੁਕਰੇ ਲਾ ਦਿੱਤੀਆਂ। ਝੋਨਾ ਸਾਡੀ ਫਸਲ ਨਹੀਂ ਸੀ, ਅਸੀਂ ਝੋਨਾ ਲਿਆਂਦਾ, ਝੋਨੇ ਦੇ ਨਾਲ ਅਸੀਂ ਹੋਰ ਬਿਮਾਰੀਆਂ ਲਿਆਂਦੀਆਂ, ਅਤੇ ਸਾਡੇ ਪੋਲੀਟੀਕਲ ਲੋਕਾਂ ਨੇ ਵੀ ਜਿਹੜਾ ਝੋਨੇ ਦੀ ਫਸਲ ਨੂੰ ਪ੍ਰਮੋਟ ਕੀਤਾ। ਅਸੀਂ ਖੇਤੀ ਵਿਭਿੰਨਤਾ ਦੇ ਰਾਹ 'ਤੇ ਕਿਉਂ ਨਹੀਂ ਪਏ? ਤਾਂ ਅਸੀਂ ਪਹਿਲਾਂ ਤਾਂ ਬਿਮਾਰੀਆਂ ਨੂੰ ਪੈਦਾ ਕੀਤਾ, ਫਿਰ ਉਹਦਾ ਹੱਲ ਕੀਤਾ। ਜਿਸ ਤਰ੍ਹਾਂ ਪਰਾਲੀ ਦਾ ਹੈ, ਪਰਾਲੀ ਦਾ ਹੋਰ ਹੱਲ ਕਿਉਂ ਨਹੀਂ ਦਿੱਤਾ ਜਾਂਦਾ? ਇਹ ਕਿਉਂ ਆਤਿਸ਼ ਕਿਹਾ ਜਾਂਦਾ ਹੈ ਕਿ ਤੁਸੀਂ ਆਹ ਖੇਤੀ ਮਸ਼ੀਨਰੀ ਹੈ ਜਿਹੜੀ ਇਹ ਖਰੀਦੋ, ਤੁਸੀਂ ਚੌਪਰ ਖਰੀਦੋ, ਬੇਲਰ ਖਰੀਦੋ, ਹੈਪੀ ਸੀਡਰ ਖਰੀਦੋ, ਸੁਪਰ ਸੀਡਰ ਖਰੀਦੋ, ਇਹਦਾ ਹੋਰ ਅਲਟਰਨੇਟਿਵ ਕਿਉਂ ਨਹੀਂ ਦਿੱਤਾ ਜਾਂਦਾ? ਪਹਿਲਾਂ ਕਾਰਪੋਰੇਟ ਬਿਮਾਰੀ ਨੂੰ ਪੈਦਾ ਕਰਨ ਦੇ ਵਿੱਚ ਮੁਨਾਫਾ ਖੱਟਦੇ ਨੇ, ਫਿਰ ਉਹਦਾ ਇਲਾਜ ਕਰਨ ਦੇ ਵਿੱਚ ਮੁਨਾਫਾ ਖੱਟਦੇ ਨੇ। ਤਾਂ ਇਹਦੀ ਸ਼ੁਰੂਆਤ ਕਾਰਪੋਰੇਟਾਂ ਤੋਂ ਹੋਣੀ ਚਾਹੀਦੀ ਹੈਗੀ ਹੈ। ਤਾਂ ਹੁਣ ਜਿਸ ਤਰ੍ਹਾਂ ਥਰਮਲਾਂ ਦੇ ਵਿੱਚ ਕੋਲਾ ਯੂਜ਼ ਕੀਤਾ ਜਾਂਦਾ ਹੈ, ਸਾਡਾ ਜਿਹੜਾ ਆਪਣਾ ਕੋਲਾ ਹੈ ਇੰਡੀਆ ਦਾ, ਉਹਦੇ ਵਿੱਚ ਸਲਫਰ ਘੱਟ ਹੈ, ਅਸੀਂ ਇੰਪੋਰਟਡ ਕੋਲਾ ਵਰਤਣਾ ਸ਼ੁਰੂ ਕਰ ਦਿੱਤਾ। ਹੁਣ ਇੰਪੋਰਟਡ ਕੋਲਾ ਬਾਹਰੋਂ ਆਉਂਦਾ ਹੈ, ਪਹਿਲਾਂ ਤਾਂ ਅਸੀਂ ਬਾਹਰੋਂ ਉਹ ਕੋਲਾ ਖਰੀਦਦੇ ਹਾਂ, ਫਿਰ ਉਹਦੇ 'ਚ ਵੱਧ ਸਲਫਰ ਵਾਲਾ ਆਉਂਦਾ, ਫਿਰ ਅਸੀਂ ਆਪਣਾ ਵਾਤਾਵਰਨ ਪੋਲੂਟ ਕਰਦੇ ਹਾਂ। ਹੁਣ ਜਿਹੜਾ ਇੰਟਰਨੈਸ਼ਨਲ ਲੈਵਲ 'ਤੇ ਜਿਹੜੀ ਇਸ ਸਲਫਰ ਨੂੰ ਰੋਕਣ ਲਈ ਜਿਹੜੀ ਤਕਨੀਕ ਹੈ ਜਾਂ ਯੰਤਰ ਨੇ ਉਹ ਸਾਡੇ ਕੋਲ ਅਵੇਲੇਬਲ ਨਹੀਂ ਇੰਡੀਆ 'ਚ, ਉਹ ਵੀ ਬਾਹਰੋਂ ਆਉਣੇ ਨੇ। ਹੁਣ ਕਹਿਤਾ ਮੋਦੀ ਸਰਕਾਰ ਨੇ ਕਿ ਠੀਕ ਹੈ ਜੀ, ਅਸੀਂ ਥਰਮਲਾਂ ਦੇ ਵਿੱਚ ਸਲਫਰ ਰੋਕਣ ਦੇ ਲਈ ਉਹ ਲਾਵਾਂਗੇ। ਉਹ ਸਾਰੀ ਮਸ਼ੀਨਰੀ ਜਾਂ ਯੰਤਰ ਹੈ ਜਿਹੜੇ ਉਹ ਵਿਦੇਸ਼ਾਂ 'ਚ ਆਉਣੇ ਆ, ਉਹ ਵਿਦੇਸ਼ਾਂ ਵਾਲੇ ਜਿਹੜੇ ਕਾਰਪੋਰੇਟ ਹੈ ਫਿਰ ਇਹਦੇ ਵਿੱਚੋਂ ਕਮਾਈ ਕਰਨਗੇ। ਹਾਲਾਂਕਿ ਸਾਡੇ ਪ੍ਰਾਈਵੇਟ ਥਰਮਲਾਂ ਨੇ ਕਹਿ ਦਿੱਤਾ ਕਿ ਇਹ ਜਿਹੜਾ ਸਾਰਾ ਖਰਚਾ ਹੈ ਉਹ ਸਰਕਾਰ ਝੱਲੇ। ਹੁਣ ਇਹ ਆਉਣ ਵਾਲੇ ਦਿਨਾਂ 'ਚ ਫੈਸਲਾ ਹੋਣਾ ਕਿ ਇਹ 'ਤੇ ਖਰਚਾ ਜਿਹੜਾ ਕੌਣ ਕਰਦਾ ਹੈ। ਤਾਂ ਸਾਡੇ ਕਹਿਣ ਦਾ ਮਤਲਬ ਇਹ ਹੈ ਕਿ ਪੋਲੂਸ਼ਨ ਦੇ ਵਿੱਚ ਸਾਰੇ ਲੋਕ ਜ਼ਿੰਮੇਵਾਰ ਹੈ, ਇਕੱਲਾ ਕਿਸਾਨ ਨੂੰ ਕਟਹਿਰੇ 'ਚ ਸਾਨੂੰ ਖੜਾ ਨਹੀਂ ਕਰਨਾ ਚਾਹੀਦਾ। ਜੇ ਪ੍ਰਦੂਸ਼ਣ ਰੋਕਣਾ ਤਾਂ ਇਹਦੀ ਸ਼ੁਰੂਆਤ ਹੈ ਜਿਹੜੀ ਉਹ ਵੱਡੇ ਘਰਾਣੇ ਤੋਂ ਹੋਣੀ ਚਾਹੀਦੀ ਹੈ। ਚਰਨਜੀਤ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਵਿਦੇਸ਼ਾਂ ਤੋਂ ਜਿਹੜੀ ਹੈਗੀ ਪਰਾਲੀ ਦੀ ਸੰਭਾਲ ਲਈ ਮਸ਼ੀਨਾਂ ਆ ਰਹੀਆਂ ਨੇ, ਇਸ ਮਸ਼ੀਨਰੀ ਨੂੰ ਪਿਛਲੇ ਦਿਨੀ ਪੰਜਾਬ 'ਚ ਵੀ ਦੇਖਿਆ ਤਾਂ ਕਾਫੀ ਮਸ਼ੀਨਰੀ ਜਿਹੜੀ ਆਈ ਹੈ, ਪਰ ਉਸ ਮਸ਼ੀਨਰੀ ਨੂੰ ਲੈ ਕੇ ਵੀ ਇੱਕ ਵੱਡੇ ਘੁਟਾਲੇ ਦੀ ਕਹਿ ਦਈਏ, ਵੱਡੇ ਘਪਲਾ ਹੋਣ ਦੀ ਜਿਹੜੀ ਹੈਗੀ ਚਰਚਾਵਾਂ ਚੱਲ ਰਹੀਆਂ। ਅਸੀਂ ਜਾਣਨਾ ਚਾਹਾਂਗੇ ਇਸ 'ਚ ਕਿੰਨੀ ਕੁ ਸੱਚਾਈ ਹੈ ਵੀ ਕਿ ਉਸ ਮਸ਼ੀਨਰੀ 'ਚ ਵੀ ਕੋਈ ਘਪਲਾ ਜਿਹੜਾ ਸਾਹਮਣੇ ਆਇਆ? ਦੇਖੋ, 2015 ਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਫੈਸਲਾ ਦਿੱਤਾ ਸੀਗਾ ਅਤੇ ਉਸ ਤੋਂ ਬਾਅਦ ਸਾਡੀ ਸੈਂਟਰ ਸਰਕਾਰ 'ਤੇ ਜਿਹੜਾ ਪ੍ਰੈਸ਼ਰ ਬਣਨਾ ਸ਼ੁਰੂ ਹੋਇਆ ਸੀ ਕਿ ਜਿਹੜੀਆਂ ਪਰਾਲੀ ਨੂੰ ਅੱਗਾਂ ਲੱਗਦੀਆਂ ਇਹਨਾਂ ਨੂੰ ਸਾੜਨ ਤੋਂ ਰੋਕਣ ਦੇ ਲਈ ਕਿਸਾਨਾਂ ਨੂੰ ਇਸ ਕਿਸਮ ਦੀ ਜਿਹੜੀ ਮਸ਼ੀਨਰੀ ਹੈ ਉਹ ਮੁਹੱਈਆ ਕਰਾਈ ਜਾਵੇ, ਜਿਹਦੇ ਨਾਲ ਕਿਸਾਨਾਂ ਨੂੰ ਮਜਬੂਰ ਨਾ ਹੋਣਾ ਪਵੇ ਕਿ ਉਹ ਪਰਾਲੀ ਨੂੰ ਅੱਗਾਂ ਲਾਉਣ। ਤਾਂ ਇਹ ਟੋਟਲੀ ਇੱਕ ਭਾਰਤ ਸਰਕਾਰ ਨੇ ਸਕੀਮ ਦਿੱਤੀ ਸੀ, ਜਿਹੜੀ ਟੋਟਲ ਫੰਡਿੰਗ ਹੈ ਜਿਹੜੀ ਉਹ 100% ਉਹ ਭਾਰਤ ਸਰਕਾਰ ਦੀ ਹੈ। ਔਰ 2018 ਦੇ ਵਿੱਚ ਇਹ ਸਕੀਮ ਸ਼ੁਰੂ ਕੀਤੀ ਗਈ ਸੀ, ਜਿਹਦੇ ਵਿੱਚ ਦੋ ਤਰ੍ਹਾਂ ਦੀਆਂ ਮੱਦਾਂ ਨੂੰ ਰੱਖਿਆ ਗਿਆ ਸੀ। ਇੱਕ ਤਾਂ ਇਹ ਸੀ ਕਿ ਕਿਸਾਨੀ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਨੀ ਸੀ ਕਿ ਅੱਗਾਂ ਲਾਉਣ ਦੇ ਨਾਲ ਤੁਹਾਡੀ ਕਿਵੇਂ ਧਰਤੀ ਦੀ ਸਿਹਤ ਖਰਾਬ ਹੋ ਰਹੀ ਹੈ, ਕਿਵੇਂ ਇਸ ਦਾ ਵਾਤਾਵਰਨ 'ਤੇ ਅਸਰ ਪੈ ਰਿਹਾ, ਕਿ ਉਹਨਾਂ ਨੂੰ ਅਵੇਅਰ ਕਰਕੇ ਰੋਕਿਆ ਜਾ ਸਕੇ। ਦੂਸਰਾ ਸੀ ਉਹਦੇ ਵਿੱਚ ਉਹਨਾਂ ਨੂੰ ਖੇਤੀ ਮਸ਼ੀਨਰੀ ਦਿੱਤੀ ਗਈ ਸੀ, ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ, ਜਿਸ ਤਰ੍ਹਾਂ ਹੈਪੀ ਸੀਡਰ ਹੈ, ਸੁਪਰ ਸੀਡਰ ਹੈ ਅਤੇ ਚੌਪਰ ਹੈਗੇ ਨੇ,
ਠੀਕ ਹੈ, ਇਸ ਕਿਸਮ ਦੀ ਮਸ਼ੀਨਰੀ ਜਾਂ ਬੇਲਰ ਹੈਗੇ ਨੇ ਜੀ ਉਹ ਦਿੱਤੀ ਜਾਣੀ ਸੀ, ਜਾਂ ਕੰਬਾਈਨਾਂ 'ਤੇ ਸਿਸਟਮ ਲੱਗਣਾ ਸੀ SMS, ਉਹਦੇ ਬਾਰੇ ਇਸ ਕਿਸਮ ਦੀ ਮਸ਼ੀਨਰੀ ਜਿਹੜੀ ਮੁਹੱਈਆ ਕਰਾਈ ਜਾਣੀ ਸੀ। ਉਹਦੇ ਤਹਿਤ ਗੌਰਮੈਂਟ ਹੈ ਜਿਹੜੀ ਭਾਰਤ ਸਰਕਾਰ ਪੰਜਾਬ ਨੂੰ ਹੁਣ ਤੱਕ 1100 ਕਰੋੜ ਰੁਪਏ ਦੀ ਰਾਸ਼ੀ ਹੈ ਜਿਹੜੀ ਭੇਜ ਚੁੱਕੀ ਹੈ। ਜੀ ਤਾਂ ਪਹਿਲੇ 2 ਸਾਲਾਂ ਦੇ ਵਿੱਚ ਉਹਦੇ ਵਿੱਚ ਆਤਿਸ਼ ਸਕੀਮ ਇਹ ਸੀ ਕਿ ਕੋਈ ਵੀ ਜਿਹੜੀ ਪੰਚਾਇਤ ਹੈ, ਕੋਆਪਰੇਟਿਵ ਸੁਸਾਇਟੀ ਹੈ, ਜਾਂ ਆਪਾਂ ਕਹਿ ਲਈਏ ਕਿ ਗਰੁੱਪ ਹੈ, ਜਿਹਨੂੰ ਕਸਟਮਰ ਹੈਰਿੰਗ ਸੈਂਟਰ ਦਾ ਨਾਂ ਦਿੱਤਾ ਸੀ ਇਹਨਾਂ ਨੂੰ, ਕਿ ਪਿੰਡ ਦੇ 5-10 ਲੋਕ ਹੈ ਜਿਹੜੇ ਇਕੱਠੇ ਹੋ ਕੇ ਇੱਕ ਹੈਰਿੰਗ ਸੈਂਟਰ ਬਣਾਉਣਗੇ, ਜਿਹਦੇ ਵਿੱਚ ਉਹ ਇਹ ਸਾਰੀ ਮਸ਼ੀਨਰੀ ਹੈ ਜਿਹੜੀ ਪਰਾਲੀ ਦੀ ਸਾਂਭ ਸੰਭਾਲ ਵਾਲੀ, ਪ੍ਰਬੰਧਨ ਵਾਲੀ, ਉਹਦੀ ਪਰਚੇਜ਼ ਕਰਨਗੇ। ਉਹ 'ਤੇ ਭਾਰਤ ਸਰਕਾਰ 80% ਹੈ ਜਿਹੜੀ ਉਹ ਸਬਸਿਡੀ ਦੇਵੇਗੀ। ਜੀ ਤਾਂ ਜਦੋਂ 2 ਸਾਲ ਬੀਤੇ, ਪਿਛਲੇ ਸਾਲ ਸੈਂਟਰਲ ਗੌਰਮੈਂਟ ਨੇ ਜਿਹੜੀ ਉਹਨਾਂ ਦੀ ਐਗਰੀਕਲਚਰ ਮਿਨਿਸਟਰੀ ਹੈ, ਉਹਨੇ ਇੱਕ ਟੀਮ ਹੈ ਜਿਹੜੀ ਪੰਜਾਬ ਦੇ ਵਿੱਚ ਭੇਜੀ ਸੀ ਕਿ ਦੇਖਿਆ ਜਾਵੇ ਕਿ ਜਿਹੜਾ ਪੈਸਾ ਹੈ ਉਹ ਠੀਕ ਵਰਤੋਂ ਹੋਈ ਹੈ। ਤਾਂ ਉਹਨਾਂ ਨੇ ਪੰਜਾਬ ਦੇ ਵਿੱਚ 73 ਥਾਵਾਂ 'ਤੇ ਇਹ ਚੈੱਕ ਕੀਤੇ ਸੀ ਪੁਆਇੰਟ, ਜਿਹੜੇ ਕਸਟਮਰ ਹੈਰਿੰਗ ਸੈਂਟਰ ਹੈ। ਤਾਂ ਉਹਦੇ ਵਿੱਚੋਂ 34 ਥਾਵਾਂ 'ਤੇ ਉਹ ਜਿਹੜੇ ਕਸਟਮਰ ਹੈਰਿੰਗ ਸੈਂਟਰ ਹੈ ਉਹ ਲੱਭੇ ਹੀ ਨਹੀਂ ਸੀ। ਜੀ ਹਾਲਾਂਕਿ ਉਹਨਾਂ ਨੇ ਬਕਾਇਦਾ ਆਪਣਾ ਨਿਯਮਾਂ ਦੇ ਵਿੱਚ ਲਿਖਿਆ ਗਿਆ ਸੀ ਕਿ ਜਿੱਥੇ ਮਸ਼ੀਨਰੀ ਪਰਚੇਜ ਹੋਏਗੀ ਉੱਥੇ ਬੋਰਡ ਲੱਗਣਗੇ ਕਿ ਅਸੀਂ ਔਨ ਰੈਂਟ ਹੈ ਜਿਹੜੀ ਮਸ਼ੀਨਰੀ ਕਿਸਾਨਾਂ ਨੂੰ ਦੇਵਾਂਗੇ। ਉਹ ਕਿਤੇ ਬੋਰਡ ਨਹੀਂ ਸੀ ਲੱਗਿਆ ਹੋਇਆ। ਉਹਦੇ 'ਚ 2 ਗੱਲਾਂ ਮੁੱਖ ਤੌਰ 'ਤੇ ਉੱਭਰ ਕੇ ਸਾਹਮਣੇ ਆਈਆਂ ਸੀ। ਇੱਕ ਤਾਂ ਇਹ ਸੀ ਕਿ ਬਹੁਤ ਸਾਰੇ ਲੋਕਾਂ ਨੇ ਜਿਹੜੀ ਸਬਸਿਡੀ ਹੈ ਉਹ ਇੱਕ ਮਸ਼ੀਨ ਲੈ ਕੇ ਉਸੇ ਨੂੰ ਦਿਖਾਤੀ, 5-5 ਦਾਣੇ, 10-10 ਜਣਿਆਂ ਨੇ ਸਬਸਿਡੀ ਹੈ ਜਿਹੜੀ ਉਹ ਮਹਿਕਮੇ ਦੀ ਮਿਲੀ ਭੁਗਤ ਨਾਲ ਉਹਨਾਂ ਨੇ ਹਜ਼ਮ ਕਰ ਲਈ ਸੀ। ਦੂਸਰਾ ਪੁਆਇੰਟ ਇਹ ਵੀ ਉੱਠਿਆ ਸੀਗਾ ਕਿ ਉਹ ਜਿਹੜੀ ਮਸ਼ੀਨਰੀ ਹੈ ਉਹਦਾ ਮਾਰਕੀਟ ਰੇਟ ਸਪੋਜ਼ ਜੇ 50,000 ਹੈ ਇੱਕ ਮਸ਼ੀਨ ਦਾ, ਤਾਂ ਇਹਨਾਂ ਨੂੰ 1.25 ਲੱਖ 'ਚ ਦਿੱਤੀ ਗਈ। ਉਹਦੇ ਰੇਟ ਆ ਜਿਹੜੇ ਮਾਰਕੀਟ ਨੂੰ ਕਈ ਗੁਣਾ ਵੱਧ ਦਿਖਾਏ ਗਏ। ਉਹਦੇ ਨਾਲ ਕੀ ਹੋਇਆ ਕਿ 80% ਸਬਸਿਡੀ ਸੀ, ਤਾਂ ਉੱਪਰਲਾ ਕਿਸਾਨ ਨੇ ਆਪਣੇ ਕੋਲੋਂ ਪਾਇਆ ਨਹੀਂ, ਉੱਪਰਲਾ ਹਿੱਸਾ ਜਿਹੜਾ ਮਹਿਕਮੇ ਨੇ ਤੇ ਕਿਸਾਨ ਨੇ ਜਾਂ ਮਸ਼ੀਨ ਵਾਲੇ ਨੇ ਉਹ ਵੰਡ ਲਿਆ ਆਪਸ 'ਚ। ਇਹ ਮੋਸਟਲੀ ਜਿਹੜੇ ਵੱਡੇ ਕਿਸਾਨ ਹੈ ਉੱਥੇ ਹੋਇਆ, ਕਿਉਂਕਿ ਛੋਟੀ ਕਿਸਾਨੀ ਦੀ ਤਾਂ ਇੰਨੀ ਪਹੁੰਚ ਹੀ ਨਹੀਂ ਕਿ ਉਹ ਇਹਨਾਂ ਨੂੰ ਪਰਚੇਜ ਕਰ ਸਕੇ ਜਾਂ ਆਪਣੀ ਹਿੱਸੇਦਾਰੀ ਜਿਹੜੀ ਪਾ ਸਕੇ। ਤਾਂ ਉਦੋਂ ਇਹ ਸੈਂਟਰ ਗੌਰਮੈਂਟ ਨੇ ਇਹ ਪੜਤਾਲ ਦੇ ਵਿੱਚ ਸਾਹਮਣੇ ਆਇਆ ਸੀ। ਤਾਂ ਪੰਜਾਬ ਗੌਰਮੈਂਟ ਵੀ ਉਸ ਟਾਈਮ ਐਕਟਿਵ ਹੋਈ ਸੀ ਕਿ ਸਾਨੂੰ ਇਹਦੀ ਪੜਤਾਲ ਕਰਾਉਣੀ ਚਾਹੀਦੀ ਅੱਗੇ। ਪਰ ਮੀਨ ਟਾਈਮ ਕੀ ਹੋ ਕਿ ਕੋਵਿਡ ਆ ਗਿਆ। ਉਹ ਕੋਵਿਡ ਦੇ ਗੱਲ ਦੇ ਵਿੱਚ ਹੀ ਸਾਰੀ ਗੱਲ ਹੈ ਜਿਹੜੀ ਰੁਕ ਗਈ ਹੈਗੀ ਆ। ਹੁਣ ਜਦੋਂ ਇਹ ਮੁੱਦਾ ਉੱਠਿਆ ਕਿ ਸਾਨੂੰ ਜਾਂਚ ਕਰਨੀ ਚਾਹੀਦੀ ਹੈ, ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਉਹ ਲੱਗਿਆ ਕਿ ਪੰਜਾਬ ਸਰਕਾਰ, ਖਾਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰੀ, ਅੰਦਰੋਂ ਅੰਦਰੀ ਉਹਨਾਂ ਨੇ ਆਪਣੇ ਕੈਬਨਿਟ ਸਾਥੀਆਂ ਨਾਲ ਕੁਝ ਨਾਲ ਵਿਚਾਰ ਕੀਤੀ ਹੈ ਕਿ ਕਿਉਂ ਨਾ ਆਪਾਂ ਤਕਰੀਬਨ 850 ਦੇ ਕਰੀਬ ਜਿਹੜੀ ਰਾਸ਼ੀ ਬਣਦੀ ਹੈ ਕਿ ਜਿਹੜੀ ਪਹਿਲਾਂ ਪਰਚੇਜ ਹੋਈ ਹੈ ਮਸ਼ੀਨਰੀ, ਉਹਦੀ ਇੱਕ ਵਿਜੀਲੈਂਸ ਜਾਂਚ ਕਰਾ ਲਈਏ। ਪਰ ਇਹਦੀ ਕੋਈ ਅਧਿਕਾਰਤ ਪੁਸ਼ਟੀ ਤਾਂ ਨਹੀਂ ਕੀਤੀ, ਪਰ ਜਿਸ ਤਰ੍ਹਾਂ ਥੋੜ੍ਹਾ ਸਾਨੂੰ ਇੰਡੀਕੇਟ ਮਿਲਿਆ ਕਿ ਇੱਕ ਦਿਨ ਪਹਿਲਾਂ ਹੀ ਖੇਤੀ ਮਹਿਕਮੇ ਨੇ ਜਿਹੜਾ ਉਹ ਤੋਂ ਮੰਗਿਆ ਸੀ, ਜਿਹੜਾ ਇਸ ਬੰਦੇ ਨੂੰ ਡੀਲ ਕਰਦਾ ਸਾਰੇ ਰਿਕਾਰਡ ਨੂੰ, ਕਿ ਇਹਦਾ ਸਾਰਾ ਰਿਕਾਰਡ ਦਿੱਤਾ ਜਾਵੇ ਕਿ ਕਿੱਥੇ ਕਿੱਥੇ ਮਸ਼ੀਨਾਂ ਪਰਚੇਜ ਹੋਈਆਂ, ਕਿਹਨੂੰ ਆਪਾਂ ਸਬਸਿਡੀ ਦਿੱਤੀ ਹੈ। ਤਾਂ ਉਹ ਜਿਹੜਾ ਇਹਨਾਂ ਦਾ ਸਟੇਟ ਹੈੱਡ ਸੀ ਉਹ ਸਮੁੱਚੀ ਜਾਣਕਾਰੀ ਹੈ ਜਿਹੜੀ ਉਹ ਮੁਹੱਈਆ ਨਹੀਂ ਕਰਾ ਸਕਿਆ, ਜੀ ਤੋਂ ਜਿਹੜਾ ਇਹ ਸ਼ੱਕ ਹੈ ਜਾਂ ਖਦਸ਼ਾ ਹੈ ਉਹ ਹੋਰ ਵੱਧ ਜਾਂਦਾ ਕਿ ਜ਼ਰੂਰ ਇਹਦੇ ਵਿੱਚ ਕੋਈ ਵੱਡਾ ਘਪਲਾ ਹੋਇਆ ਹੈ। ਤਾਂ ਉਸ ਦੇ ਖਿਲਾਫ ਹੈ ਜਿਹੜੀ ਪੰਜਾਬ ਗੌਰਮੈਂਟ ਨੇ ਜਾਂ ਖੇਤੀ ਮਹਿਕਮੇ ਨੇ ਉਸ ਜਿਹੜਾ ਪਰਟੀਕੂਲਰ ਅਧਿਕਾਰੀ ਹੈ ਉਹਦੇ ਖਿਲਾਫ ਜਿਹੜੀ ਇਨਕੁਆਇਰੀ ਹੈ ਮਾਰਕ ਕੀਤੀ ਹੈ, ਅਤੇ ਹਫ਼ਤੇ ਦੇ ਵਿੱਚ ਉਹਦੀ ਜਿਹੜੀ ਰਿਪੋਰਟ ਹੈ ਉਹ ਮੰਗੀ ਹੈ। ਤਾਂ ਸਾਨੂੰ ਅਤਿਸ਼ ਲੱਗਦਾ ਹੈਗਾ ਕਿ ਜਿਸ ਕਿਸਮ ਦਾ ਸੈਂਟਰ ਦੀ ਟੀਮ ਨੇ ਵੀ ਡਿਟੈਕਟ ਕੀਤਾ ਪਹਿਲਾਂ, ਜਾਂ ਇਹਨਾਂ ਨੂੰ ਵੀ ਲੱਗਦਾ ਹੈ, ਜਾਂ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੈਬਨਿਟ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਸੀ ਕਿ ਇਹਦੇ ਵਿੱਚ ਬਹੁਤ ਵੱਡਾ ਘਪਲਾ ਹੋਇਆ ਅਤੇ ਬਹੁਤ ਸਾਰੇ ਜਿਹੜੇ ਮਹਿੰਗੇ ਰੇਟ 'ਤੇ ਜਿਹੜੀਆਂ ਇਹ ਖੇਤੀ ਮਸ਼ੀਨਰੀ ਹੈ ਜਿਹੜੀ ਉਹ ਪਰਚੇਜ਼ ਕੀਤੀ ਹੈ ਮਹਿਕਮੇ ਦੀ ਮਿਲੀ ਭੁਗਤ ਨਾਲ। ਉਦੋਂ ਅਮਰਿੰਦਰ ਸਰਕਾਰ ਸੀਗੀ ਅਤੇ ਮਾਮਲਾ ਦਬ ਗਿਆ ਸੀ। ਤਾਂ ਹੁਣ ਇਹ ਦੁਬਾਰੇ ਫੇਰ ਮਾਮਲਾ ਉੱਭਰਿਆ, ਆਉਣ ਵਾਲੇ ਦਿਨਾਂ 'ਚ ਸਾਨੂੰ ਸਾਡੇ ਸਾਹਮਣੇ ਆ ਜਾਏਗਾ। ਅਤੇ ਐਤਕੀ ਵੀ ਸਰਕਾਰ ਨੇ ਜਿਹੜੀ 345 ਕਰੋੜ ਰੁਪਏ ਸਾਨੂੰ ਹੁਣ ਮਿਲੇ ਨੇ, 345 ਕਰੋੜ ਦੇ ਵਿੱਚੋਂ ਅਸੀਂ 31,000 ਮਸ਼ੀਨਰੀ ਉਹਦੇ ਨਾਲ ਪਰਚੇਜ਼ ਕਰਨੀ ਸੀ। ਐਪਲੀਕੇਸ਼ਨਾਂ ਖੇਤੀ ਮਹਿਕਮੇ ਨੇ ਮੰਗੀਆਂ, 1,92,000 ਲੋਕਾਂ ਨੇ ਉਹਦੇ 'ਚ ਰੁਚੀ ਜ਼ਾਹਰ ਕੀਤੀ, ਜਿਹਦੇ ਵਿੱਚੋਂ 31,000 ਨੂੰ ਪ੍ਰਵਾਨਗੀ ਦਿੱਤੀ, ਪਰ 10,000 ਜਿਹੜੇ ਕਿਸਾਨ ਹੈ ਜਾਂ ਗਰੁੱਪ ਹੈ ਉਹਨਾਂ ਨੇ ਹੁਣ ਤੱਕ ਜਿਹੜੀ ਮਸ਼ੀਨਰੀ ਹੈ ਪਰਾਲੀ ਦੀ ਸਾਂਭ ਸੰਭਾਲ ਵਾਲੀ ਉਹ ਪਰਚੇਜ਼ ਕੀਤੀ ਹੈ। ਹੁਣ ਹਜੇ ਸਰਕਾਰ ਪ੍ਰੋਸੈਸ ਦੇ ਵਿੱਚ ਹੈ। ਹੁਣ ਹੈਰਾਨੀ ਵਾਲੀ ਗੱਲ ਤਾਂ ਇਹ ਹੈਗੀ ਹੈ ਕਿ 60% ਜਾਂ 50 ਤੋਂ ਲੈ ਕੇ 60% ਰਕਬੇ ਦੇ ਵਿੱਚ ਕਣਕ ਦੀ ਬਜਾਂਦ ਹੋ ਚੁੱਕੀ ਹੈ, ਅਤੇ ਸਾਡੀ ਸਰਕਾਰ ਹਜੇ ਮਸ਼ੀਨਰੀ ਪਰਚੇਜ਼ ਕਰਨੀ ਹੈ, ਜਿਹਦੇ ਵਿੱਚੋਂ 10,000 ਅਜੇ ਵੰਡੀ ਗਈ, ਜਿਹਦੀ ਵੈਰੀਫਿਕੇਸ਼ਨ ਚੱਲ ਰਹੀ ਹੈ। 21,000 ਨੂੰ ਮਸ਼ੀਨਰੀ ਦੇਵਾਂਗੇ ਅਸੀਂ। ਇਹਦਾ ਮਤਲਬ ਕਿ ਜਦੋਂ ਪਰਾਲੀ ਨੂੰ ਵਗਾਂ ਲੱਗ ਜਾਣਗੀਆਂ ਉਸ ਤੋਂ ਬਾਅਦ ਦੇਵਾਂਗੇ। ਇੱਕ ਤਾਂ ਇਹ ਹੈ। ਦੂਜਾ ਜਿਹੜਾ ਮੈਨੂੰ ਆਪ ਮੈਂ ਅਬਜ਼ਰਵ ਕਰਦਾ ਇਸ ਗੱਲ ਨੂੰ ਸਾਰੀ ਨੂੰ, ਕਿ 2018 'ਚ ਜਦੋਂ ਇਹ ਸਕੀਮ ਸ਼ੁਰੂ ਹੁੰਦੀ ਹੈ ਮਸ਼ੀਨਰੀ ਖਰੀਦਣ ਵਾਲੀ, ਤਾਂ ਉਦੋਂ ਪੰਜਾਬ ਦੇ ਵਿੱਚ 51,000 ਜਿਹੜੀਆਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਨੇ।
ਹੁਣ ਜਦੋਂ ਸਾਡੇ ਪਿਛਲੇ 3 ਸਾਲਾਂ ਦੇ ਵਿੱਚ ਸਾਡੇ ਕੋਲ 85,000 ਮਸ਼ੀਨਰੀ ਜੀ ਪਰਾਲੀ ਦੀ ਸੰਭਾਲ ਵਾਲੀ ਸਾਡੇ ਕੋਲ ਮੌਜੂਦ ਹੈ ਪੰਜਾਬ ਦੇ ਵਿੱਚ। ਚਾਹੀਦਾ ਤਾਂ ਇਹ ਸੀ ਕਿ ਇਹ ਜਿਉਂ-ਜਿਉਂ ਮਸ਼ੀਨਰੀ ਆਉਂਦੀ ਗਈ ਕਿ ਪਰਾਲੀ ਨੂੰ ਅੱਗ ਲੱਗਣ ਦੀਆਂ ਜਿਹੜੀਆਂ ਘਟਨਾਵਾਂ ਉਹਨਾਂ 'ਚ ਕਟੌਤੀ ਹੋਣੀ ਚਾਹੀਦੀ ਸੀ। ਬਿਲਕੁਲ। ਉਲਟਾ ਕੀ ਹੋਇਆ ਕਿ ਜਿਹੜੀ 2018 'ਚ 51,000 ਘਟਨਾਵਾਂ ਸੀ, ਐਤਕੀ ਉਹ ਹੁਣ ਤੱਕ ਟਿਲ ਡੇਟ 56,000 ਹੋ ਗਈਆਂ। ਇਹਦਾ ਮਤਲਬ ਹੈ ਕਿ ਉਹ ਮਸ਼ੀਨਰੀ ਕਿਤੇ ਨਾ ਕਿਤੇ ਜਾਂ ਤਾਂ ਫਿਰ ਆਈ ਨਹੀਂ ਜਾਂ ਉਹ ਮਸ਼ੀਨਰੀ ਯੂਜ਼ ਨਹੀਂ ਹੋ ਰਹੀ। ਇਹਦਾ ਮਤਲਬ ਕਿ ਇਹ ਤਕਰੀਬਨ 700-800 ਕਰੋੜ ਰੁਪਇਆ ਜਿਹੜਾ ਉਹ ਸਾਡਾ ਅਜਾਈ ਚਲਾ ਗਿਆ। ਤਾਂ ਚਾਹੀਦਾ ਤਾਂ ਇਹ ਹੈ ਕਿ ਇਸ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ। ਚੰਨੀ ਸਰਕਾਰ ਲਈ ਇਹ ਵੀ ਪਰਖ ਦੀ ਘੜੀ ਹੋਏਗੀ ਕਿ ਨਵੇਂ ਘਪਲਿਆਂ ਨੂੰ ਰੋਕਿਆ ਜਾਵੇ, ਜਿਸ ਤਰ੍ਹਾਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਕਿ ਪੁਰਾਣੀ ਸਰਕਾਰ ਦੇ ਘਪਲਿਆਂ ਦੇ ਅਸੀਂ ਵਿਜੀਲੈਂਸ ਜਾਂਚ ਕਰਾਂਗੇ, ਤਾਂ ਉਸ ਘਪਲਿਆਂ ਦੇ ਵਿੱਚ ਇਸ ਨੂੰ ਵੀ ਸ਼ਾਮਲ ਕਰ ਲੈਣਾ ਚਾਹੀਦਾ। ਚਰਨਜੀਤ ਜੀ, ਹਰ ਸਾਲ ਜਦੋਂ ਝੋਨੇ ਦੀ ਵਾਢੀ ਦਾ ਸੀਜ਼ਨ ਆਉਂਦਾ ਹੈ ਤੇ ਪ੍ਰਦੂਸ਼ਣ ਦੇ ਜਿਹੜਾ ਹੈਗਾ ਪੱਧਰ ਵਧਣਾ ਸ਼ੁਰੂ ਹੋ ਜਾਂਦਾ ਤੇ ਵਾਰ-ਵਾਰ ਇੱਕੋ ਦੋਸ਼ ਲੱਗਦਾ ਹੈ ਵੀ ਕਿ ਇਸ ਪਿੱਛੇ ਜਿਹੜਾ ਹੈਗਾ ਕਿਸਾਨਾਂ ਦਾ ਹੱਥ ਹੈ, ਵੀ ਕਿ ਉਹਨਾਂ ਵੱਲੋਂ ਪਰਾਲੀ ਜਿਹੜੀ ਹੈਗੀ ਲਗਾਤਾਰ ਸਾੜੀ ਜਾ ਰਹੀ ਹੈ। ਪਰ ਅਸੀਂ ਜਾਣਨਾ ਚਾਹਾਂਗੇ ਤੁਸੀਂ ਕਿੰਨੀ ਕੁ ਹੱਦ ਤੱਕ ਜਿਹੜਾ ਹੈਗਾ ਪ੍ਰਦੂਸ਼ਣ ਵਧਣ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਮੰਨਦੇ ਹੋ? ਦੇਖੋ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗੀ ਕਿ ਹੁਣ ਜਿਸ ਤਰ੍ਹਾਂ ਪਿਛਲੇ 7-8 ਦਿਨਾਂ ਤੋਂ ਖਾਸ ਕਰਕੇ ਜੀ ਸਮੁੱਚੇ ਮਾਲਵੇ ਦੇ ਵਿੱਚ ਜਿਹੜਾ ਗੁਬਾਰ ਹੈ ਉਹ ਚੜਿਆ ਹੋਇਆ ਹੈ। ਉਹਦੇ ਨਾਲ ਦੇਖੋ ਵਾਤਾਵਰਨ ਤਾਂ ਖਰਾਬ ਹੁੰਦਾ ਹੀ ਹੁੰਦਾ ਹੈ ਜੀ ਤੇ ਨਾਲ ਧਰਤੀ ਦੀ ਸਿਹਤ 'ਤੇ ਵੀ ਅਸਰ ਪੈਂਦਾ। ਉਹਦੇ ਜੈਵਿਕ ਗੁਣ ਹੈ ਜਿਹੜੇ ਉਹ ਵੀ ਹਿੱਟ ਹੁੰਦੇ ਨੇ। ਉਹਦੇ ਨਾਲ ਸਿਹਤ ਨਾਲ ਰਿਲੇਟਡ ਪ੍ਰੋਬਲਮਸ ਆਉਂਦੀਆਂ ਨੇ, ਬਹੁਤ ਸਾਰੇ ਐਕਸੀਡੈਂਟ ਹੋ ਜਾਂਦੇ ਨੇ। ਤਾਂ ਇਹ ਦੇਖਣਾ ਪਏਗਾ ਕਿ ਕਿਸਾਨ ਅੱਗ ਕਿਉਂ ਲਾਉਂਦਾ ਹੈਗਾ, ਇਸ ਗੱਲ ਨੂੰ ਉਹਦਾ ਕਾਰਨ ਕੀ ਹੈਗਾ ਜੀ ਕਿ ਕਿਸਾਨ ਦਾ ਸੱਚੀ ਮੁੱਚੀ ਇਹ ਸੁਭਾਅ ਹੈਗਾ। ਤਾਂ ਇਹ ਸਾਰੇ ਗੁਬਾਰ ਜਿਵੇਂ ਆਪਾਂ ਕਹਿੰਦੇ ਕਿ ਹਫ਼ਤੇ 'ਚੋਂ ਪਲੂਟ ਹੋਇਆ ਵਾ ਸਾਰਾ ਮਾਲਵਾ ਜੀ ਖਾਸ ਕਰਕੇ, ਤਾਂ ਉਹਦੇ 'ਚ ਸਭ ਤੋਂ ਪਹਿਲਾਂ ਤਾਂ ਹਿੱਟ ਕਿਸਾਨ ਖੁਦ ਹੋ ਰਿਹਾ, ਉਹਦਾ ਪਰਿਵਾਰ ਹੋ ਰਿਹਾ ਹੈ। ਬਿਲਕੁਲ। ਇੱਕ ਪਿੰਡ ਦੇ ਖੇਤਾਂ ਦੇ ਵਿੱਚ ਜਦੋਂ ਕਿਸਾਨ ਅੱਗ ਲਾਉਂਦਾ, ਸਭ ਤੋਂ ਪਹਿਲਾਂ ਉਹਦੀ ਜਦ ਦੇ ਵਿੱਚ ਉਹ ਪਿੰਡ ਆਉਂਦਾ ਹੈਗਾ, ਉਹ ਖੁਦ ਆਉਂਦਾ ਹੈ, ਉਹਦੀ ਫੈਮਿਲੀ ਆਉਂਦੀ ਹੈ। ਇਹਦਾ ਮਤਲਬ ਹੈ ਕਿ ਉਹਨੂੰ ਚਾਹ ਤਾਂ ਹੈ ਨਹੀਂ ਕਿ ਆਪਣੇ ਹੱਥੀਂ ਆਪ ਉਹ ਖਤਰਾ ਸਹੇੜ ਰਿਹਾ ਹੋਵੇ। ਜੀ ਇੱਕ ਹੀ ਦੂਸਰਾ ਪੱਖ ਇਹਦਾ ਇਹ ਹੈ ਕਿ ਜੇ ਆਪਾਂ ਖੇਤੀ ਨਾਲ ਜੁੜੀਆਂ ਧਾਰਨਾਵਾਂ ਜਾਂ ਪਰੰਪਰਾਵਾਂ ਵੱਲ ਨਜ਼ਰ ਮਾਰੀਏ ਤਾਂ ਕਿਸਾਨ ਦਾ ਜਿਹੜਾ ਬੇਸਿਕ ਸੁਭਾਅ ਹੈ ਉਹ ਅੱਗ ਲਾਉਣਾ ਨਹੀਂ ਹੈਗਾ, ਅੱਗ ਬੁਝਾਉਣਾ ਹੈਗਾ। ਬਿਲਕੁਲ। ਅਸੀਂ ਖੁਦ ਵੀ ਖੇਤੀ ਕਰਦੇ ਰਹੇ ਹਾਂ, ਖੇਤਾਂ ਦੇ ਵਿੱਚ ਦੇਖਦੇ ਰਹੇ ਹਾਂ ਜੀ ਕਿ ਕਿਸਾਨ ਹਮੇਸ਼ਾ ਜਿਹੜਾ ਹੈਗਾ, ਜੇ ਉਹਨੇ ਚੁੱਲ੍ਹਾ ਵੀ ਬਣਾਉਣਾ ਹੈ ਨਾ, ਖੇਤ ਚਾਹ ਕਰਨੀ ਹੈ, ਉਹ ਖਾਲ ਦੇ ਵਿੱਚ ਪੁੱਟਦਾ ਹੈ ਕੱਚਾ ਚੁੱਲ੍ਹਾ ਜਿਹੜਾ ਹੈਗਾ, ਜਾਂ ਜਿੱਥੇ ਬੰਜਰ ਜਗ੍ਹਾ ਹੈ ਕੋਈ ਦਰਖਤ ਹੇਠ ਜਿੱਥੇ ਕੁਝ ਨਹੀਂ ਖੇਤੀ ਹੋ ਰਹੀ, ਉੱਥੇ ਚੁੱਲ੍ਹਾ ਪੁੱਟਦਾ ਹੈ। ਉਹ ਇੰਨਾ ਖਿਆਲ ਰੱਖਦਾ ਹੈਗਾ, ਉਹਦਾ ਮੂਲ ਸੁਭਾਅ ਅੱਗ ਲਾਉਣਾ ਨਹੀਂ ਇਸ ਕਿਸਮ ਦਾ, ਉਹ ਦੂਰ ਰਹਿੰਦਾ ਹੈ। ਪਿੰਡਾਂ ਦੇ ਵਿੱਚ ਲੋਹੜੀ ਦਾ ਤਿਉਹਾਰ ਦੇਖਦੇ ਹਾਂ, ਉਹ ਵੀ ਇਸ ਤਰ੍ਹਾਂ ਦਾ ਆਪਾਂ ਦੇਖਦੇ ਹਾਂ ਕਿ ਖਾਸ ਕਰਕੇ ਚੁਰਸਤਿਆਂ 'ਚ ਜਿਹੜੀਆਂ ਲੋਹੜੀ ਜਿਹੜੀ ਬਾਲੀ ਜਾਂਦੀ ਹੈਗੀ ਹੈ, ਘਰਾਂ ਦੇ ਅੱਗੇ ਨਹੀਂ ਬਾਲੀ ਜਾਂਦੀ ਹੈਗੀ ਹੈ। ਤਾਂ ਕਿਸਾਨ ਨੂੰ ਇਹ ਮਜਬੂਰ ਹੋਣਾ ਪਿਆ ਅਸਲ 'ਚ। ਹੁਣ 1998 ਤੋਂ ਲੈ ਕੇ 2005 ਤੱਕ ਜੀ MSP ਦਾ ਜਿਹੜਾ ਇੱਕ ਤਰ੍ਹਾਂ ਦੀ ਫਰੀਜ਼ ਰਹੀ ਹੈ, ਬਹੁਤ ਘੱਟ ਜਿਹੜੇ ਫਸਲਾਂ ਦੇ ਭਾਅ ਹੈ ਜਿਹੜੇ ਇਸ ਦੌਰ ਦੇ ਵਿੱਚ ਵਧੇ ਨੇ। ਉਦੋਂ ਪਹਿਲਾਂ ਤਾਂ ਕਿਸਾਨ ਅੱਗ ਲਾਉਂਦਾ ਹੀ ਨਹੀਂ ਸੀਗਾ। ਬਿਲਕੁਲ। ਸਾਰੀ ਜਿੰਨੀ ਹੁੰਦੀ ਸੀ ਪਰਾਲੀ ਉਹਨੂੰ ਆਪਣੇ ਖੇਤ ਦੇ ਵਿੱਚ ਵਾਹ ਦਿੰਦਾ ਸੀ ਤਵੀਆਂ ਦੇ ਨਾਲ। ਪਰ ਜਦੋਂ ਹੁਣ ਜਿਵੇਂ ਆਪਾਂ ਕੋਵਿਡ ਦੀ ਗੱਲ ਕਰ ਲਈਏ, ਕੋਵਿਡ ਦੇ ਵਿੱਚ 37 ਰੁਪਏ ਡੀਜ਼ਲ ਵਧ ਗਿਆ। ਬਿਲਕੁਲ। ਕਿਸਾਨੀ ਦੀ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਹੈ ਉਹ ਡੇ ਬਾਈ ਡੇ ਵੱਧ ਰਹੀ ਹੈ, ਤੇਲ ਦੇ ਭਾਅ ਵਧ ਰਹੇ ਨੇ। ਤਾਂ ਇਸ ਭਾਵਾਂ ਦੇ ਵਿੱਚ ਅਗਰ ਕਿਸਾਨ ਖੁਦ ਪ੍ਰਬੰਧਨ ਕਰਦਾ ਪਹਿਲਾਂ ਦੀ ਤਰ੍ਹਾਂ, ਤਾਂ ਉਹਨੂੰ ਮਹਿੰਗਾ ਸੌਦਾ ਸਾਬਤ ਹੁੰਦਾ ਹੈ। ਬਿਲਕੁਲ। ਉਹਦਾ ਚਾਅ ਨਹੀਂ। ਦੂਸਰਾ, ਝੋਨਾ ਫਿਰ ਕਿਹਨੇ ਸ਼ੁਰੂ ਕਰਾਇਆ? ਅਸੀਂ ਇਹਦੀ ਜੜ ਵੱਲ ਦੇਖੀਏ, ਜੇ ਅੱਜ ਪਰਾਲੀ ਦੀ ਗੱਲ ਕਰਦੇ ਹਾਂ ਤਾਂ 200 ਲੱਖ MT ਹੈ ਜਿਹੜੀ ਪਰਾਲੀ ਪੰਜਾਬ 'ਚ ਪੈਦਾ ਹੁੰਦੀ ਹੈ, ਜਿਹ ਤੋਂ ਮਸਾਂ 8 ਤੋਂ 10 ਲੱਖ ਹੈ ਜਿਹੜੀ ਪਰਾਲੀ ਦੀ ਸੰਭਾਲ ਹੁੰਦੀ ਹੈ। ਤਾਂ ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਸਾਡੇ ਹੁਕਮਰਾਨਾਂ ਨੇ ਖੇਤੀ ਵਿਭਿੰਨਤਾ ਵੱਲ ਕੀ ਕਦਮ ਚੁੱਕੇ ਨੇ। ਮੈਂ ਤਾਂ ਦੇਖਦੇ ਨੇ ਮਾਲਵੇ 'ਚ ਕਿ ਜਦੋਂ ਵੀ ਵੋਟਾਂ ਆਉਂਦੀਆਂ ਸੀ ਤਾਂ ਗੱਠਜੋੜ ਸਰਕਾਰ ਜਿਹੜੀ ਚੱਲਦੀ ਰਹੀ ਹੈ, ਤਾਂ ਉਹ ਵੱਡੀ ਪੱਧਰ 'ਤੇ ਲੋਕਾਂ ਨੂੰ ਜਿਹੜੇ ਟਿਊਬਵੈੱਲ ਕਨੈਕਸ਼ਨ ਬਣਦੇ ਰਹੇ ਨੇ। ਇਹਦਾ ਮਤਲਬ ਕਿ ਅਸੀਂ ਝੋਨੇ ਵੱਲ ਮੋੜਿਆ ਅਤੇ ਤਾਂ ਇਹ ਸਮੱਸਿਆ ਪੈਦਾ ਹੋਈ ਹੈ। ਜੀ। ਅਤੇ ਦੂਸਰਾ ਇਹ ਵੀ ਹੈ ਕਿ ਕਿਸਾਨ ਨੂੰ ਕੋਈ ਚਾਅ ਨਹੀਂ ਹੈਗਾ। ਜਿਸ ਤਰ੍ਹਾਂ ਮਹਿੰਗਾਈ ਵੱਧ ਰਹੀ ਹੈ, ਆਪਾਂ ਪਹਿਲਾਂ ਗੱਲ ਕੀਤੀ ਹੈ, ਮਹਿੰਗਾਈ ਕਰਕੇ ਉਹ ਖੁਦ ਇਹਨੂੰ ਅਫੋਰਡ ਨਹੀਂ ਕਰ ਪਾਉਂਦਾ ਕਿ ਇੰਨਾ ਖਰਚਾ ਉਹ ਹੈ ਜਿਹੜਾ ਚੱਲ ਸਕੇ। ਤਾਂ ਲੋੜ ਮੈਨੂੰ ਨਹੀਂ ਲੱਗਦਾ ਕਿ ਕਿਸਾਨਾਂ ਨੂੰ ਜੇ ਕੋਈ ਅਲਟਰਨੇਟਿਵ ਦਿੱਤਾ ਜਾਵੇ, ਕਿਉਂਕਿ ਉਹਦੇ ਕੋਲ ਇਹ ਆਤਿਸ਼ ਬਦਲ ਨਹੀਂ ਹੈਗਾ ਕਿ ਉਹ ਕਰੇ ਕੀ। ਹੁਣ ਆਮ ਕਿਸਾਨ ਫੁੱਲਾਂ ਦੀ ਖੇਤੀ ਤਾਂ ਕਰ ਨਹੀਂ ਸਕਦਾ ਜੇ ਆਪਾਂ ਕਹੀਏ, ਛੋਟੇ ਕਿਸਾਨ ਇੰਨੀ ਮਸ਼ੀਨਰੀ ਜਿਹੜੀ ਖਰੀਦ ਨਹੀਂ ਸਕਦਾ। NGT ਨੇ ਆਪਣੇ 2015 ਦੇ ਫੈਸਲੇ ਦੇ ਵਿੱਚ ਕਿਹਾ ਸੀਗਾ ਕਿ ਤੁਸੀਂ ਜਿਹੜੀ 2 ਏਕੜ ਤੋਂ ਛੋਟੀ ਕਿਸਾਨੀ ਹੈ, 2 ਏਕੜ ਵਾਲੀ ਕਿਸਾਨੀ ਹੈ, ਉਸ ਨੂੰ ਮੁਫਤ ਮਸ਼ੀਨਰੀ ਦਿੱਤੀ ਜਾਵੇ। ਪਰ ਅੱਜ ਤੱਕ ਕਿਤੇ ਦੱਸੋ ਦਿੱਤੀ ਹੈ ਮਸ਼ੀਨਰੀ ਕਦੇ ਵੀ ਮੁਫਤ ਦਿੱਤੀ ਹੋਵੇ ਕਿਸਾਨ ਨੂੰ? ਤਾਂ ਇਹ ਸਰਕਾਰ ਨੂੰ ਉਪਰਾਲੇ ਕਰਨੇ ਪੈਣਗੇ ਜਾਂ
ਇੱਕ ਭਰੋਸਾ ਹੈ ਜਿਹੜਾ ਉਹ ਵੱਜੇਗਾ ਕਿਸਾਨਾਂ ਦਾ, ਫੇਰ ਹੀ ਉਹ ਪਰਾਲੀ ਨੂੰ ਸਾੜਨ ਤੋਂ, ਜਾਂ ਉਹਨਾਂ ਕੋਲੇ ਉਹਨੂੰ ਅਸੀਂ ਜਿਸ ਤਰ੍ਹਾਂ ਹੁਣ ਮਸ਼ੀਨਰੀ ਦੀ ਦੇਣੀ ਸ਼ੁਰੂ ਕੀਤੀ ਹੈਗੀ ਹੈ, ਇਹਨੂੰ ਸਹੀ ਤਰੀਕੇ ਨਾਲ ਲਾਗੂ ਕਰਨਾ ਪਏਗਾ ਸਾਨੂੰ, ਜਾਂ ਉਹਨੂੰ ਹੋਰਨਾਂ ਫਸਲਾਂ ਵੱਲ ਮੋੜਨਾ ਪਏਗਾ। ਜਿਸ ਤਰ੍ਹਾਂ ਕਾਟਨ ਬੈਲਟ ਦੇ ਵਿੱਚ ਨਰਮਾ ਹੁੰਦਾ ਸੀ, ਕਿਸੇ ਟਾਈਮ ਬਹੁਤ ਹੁੰਦਾ ਸੀ ਨਰਮਾ, ਜੀ ਅੱਜ ਪਿੱਛੇ ਆ ਗਿਆ। ਹੁਣ ਗੁਲਾਬੀ ਸੁੰਡੀ ਹੈ, ਉਦੋਂ ਪਹਿਲਾਂ ਚਿੱਟੀ ਮੱਖੀ ਪੈ ਗਈ ਸੀਗੀ। ਅਤੇ ਕਿਸਾਨ ਹੁਣ ਉਹਨੂੰ, ਜੇ ਕਿਸਾਨਾਂ ਦਾ ਇਤਕੀ ਫਸਲ ਮਰ ਗਈ ਹੈਗੀ ਹੈ, ਜੇ ਉਹਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਊਗਾ ਤਾਂ ਉਹ ਆਪਣਾ ਰਕਬਾ ਵਧਾ ਵੀ ਲੈਣਗੇ ਅਗਲੀ ਵਾਰ। ਜੀ ਜੇ ਨਹੀਂ ਵਧਾਉਣਗੇ ਤਾਂ ਫਿਰ ਉਹ ਝੋਨੇ ਕਣਕ ਦੇ ਚੱਕਰ ਦੇ ਵਿੱਚ ਹੈ ਜਿਹੜੇ ਉਹ ਪਏ ਰਹਿਣਗੇ। ਤਾਂ ਕਿਸਾਨੀ ਦਾ ਮੂਲ ਸੁਭਾਅ ਨਹੀਂ, ਕਿਸਾਨੀ ਕੋਲੇ ਕੋਈ ਬਦਲ ਨਹੀਂ, ਕਿਸਾਨਾਂ ਦੀ ਮਜਬੂਰੀ ਹੈ, ਕੋਈ ਸ਼ੌਂਕ ਨਹੀਂ, ਜਿਸ ਕਰਕੇ ਪਰਾਲੀ ਨੂੰ ਉਹ ਸਾੜਦੇ ਨੇ। ਜੀ ਚਰਨਜੀਤ ਜੀ, ਹੁਣ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਵੀ ਕਿ ਫਿਰ ਇਸ ਦੇ ਹੱਲ ਕੀ ਹੋ ਸਕਦੇ ਨੇ, ਇਸ ਦਾ ਬਦਲ ਹੋ ਕੀ ਸਕਦਾ? ਦੇਖੋ, ਉਹਦੇ ਲਈ ਪਹਿਲ ਹੈ ਜਿਹੜੀ ਗੌਰਮੈਂਟ ਨੂੰ ਕਰਨੀ ਪਏਗੀ ਸਾਡੇ ਨੂੰ। ਪਹਿਲਾਂ ਤਾਂ ਜਿਸ ਤਰ੍ਹਾਂ ਪਹਿਲਾਂ ਕਹਿ ਕੇ ਖੇਤੀ ਵਿਭਿੰਨਤਾ ਵਾਲੀ ਗੱਲ ਹੈ, ਜਿਹੜੀਆਂ ਸਾਡੀਆਂ ਰਵਾਇਤੀ ਫਸਲਾਂ ਨੇ ਪੰਜਾਬ ਦੀਆਂ, ਸਾਡੇ ਤਾਂ ਹਰ ਕੁਝ ਹੋ ਜਾਂਦਾ, ਸਾਡਾ ਤਾਂ ਮੌਸਮ ਇੰਨਾ ਵਧੀਆ ਹੈਗਾ, ਸਾਡੀ ਜਿਹੜੀ ਜ਼ਮੀਨ ਇੰਨੀ ਉਪਜਾਊ ਹੈਗੀ ਹੈ, ਤਾਂ ਉਹ ਖੇਤੀ ਵਿਭਿੰਨਤਾ ਵਾਲਾ ਜਿਹੜਾ ਪਹਿਲ ਪਿਛਲੇ ਟਾਈਮਾਂ ਦੇ ਵਿੱਚ ਦੇਖਦੇ ਹਾਂ ਆਪਾਂ, ਸਰਕਾਰਾਂ ਨੇ ਪਿਛਲੇ 10-15 ਸਾਲ 'ਚ ਇਸ ਪਾਸੇ ਕੋਈ ਕਦਮ ਹੀ ਨਹੀਂ ਉਠਾਇਆ ਕਿ ਕਿਸਾਨਾਂ ਨੂੰ ਮੋੜਾ ਦਿੱਤਾ ਜਾ ਸਕੇ। ਤਾਂ ਹੁਣ ਜੇ ਪਰਾਲੀ ਵਾਲਾ ਹੈਗਾ ਤਾਂ ਇਸ ਪਾਸੇ ਇੱਕ ਹੱਲ ਦਾ ਇਹ ਹੋ ਸਕਦਾ ਹੈ। ਦੂਸਰਾ ਇਹ ਹੋ ਸਕਦਾ ਕਿ ਕਿਸਾਨਾਂ ਨੂੰ ਇਹਦੇ ਲਈ ਉਤਸ਼ਾਹਿਤ ਕੀਤਾ ਜਾਵੇ ਕਿ ਆਪਾਂ ਮਹਿੰਗਾਈ ਵਾਲੀ ਗੱਲ ਕੀਤੀ ਹੈਗੀ ਹੈ ਕਿ ਕਿਸਾਨ ਖੁਦ ਇੰਨਾ ਖਰਚਾ ਨਹੀਂ ਚੁੱਕ ਸਕਦਾ, ਤਾਂ ਅਸੀਂ ਉਹਨੂੰ 200 ਰੁਪਏ ਬੋਨਸ ਦੇ ਸਕਦੇ ਹਾਂ। ਕਿਸਾਨ ਧਿਰਾਂ ਮੰਗਦੀਆਂ ਵੀ ਆਈਆਂ ਨੇ ਕਿ 200 ਰੁਪਏ ਪ੍ਰਤੀ ਏਕੜ ਉਹਨੂੰ ਬੋਨਸ ਦੇ ਦਿੱਤਾ ਜਾਵੇ, ਤਾਂ ਉਹਦੇ ਨਾਲ ਵੀ ਉਹ ਘੱਟੋ ਘੱਟ ਉਹਦੇ ਤੇਲ ਦੇ ਖਰਚੇ ਨਿਕਲਣਗੇ, ਤਾਂ ਇਸ ਪਾਸੇ ਉਹ ਕਦਮ ਚੁੱਕ ਸਕਦਾ ਹੈ। ਜਿਵੇਂ ਬਾਇਓਮਾਸ ਪਲਾਂਟ ਹੈ, ਜਿਸ ਤਰ੍ਹਾਂ ਪਾਵਰਕੌਮ ਨੇ ਇੱਕ ਸੁਝਾਅ ਦਿੱਤਾ ਸੀ ਕਿ ਜਿਹੜਾ ਬਠਿੰਡੇ ਵਾਲਾ ਥਰਮਲ ਤੁਸੀਂ ਬੰਦ ਕਰ ਰਹੇ ਹੋ, ਤੁਸੀਂ ਉਸਨੂੰ ਬਾਇਓਮਾਸ 'ਤੇ ਜਿਹੜਾ ਪਰਾਲੀ 'ਤੇ ਚਲਾ ਦਿੰਦੇ ਹਾਂ ਅਸੀਂ। ਸਾਰਾ ਪ੍ਰੋਜੈਕਟ ਵੀ ਬਣ ਗਿਆ ਸੀ ਉਸ ਟਾਈਮ, ਉਹਨਾਂ ਦੇ CMD ਹੁੰਦੇ ਸੀ ਬਲਦੇਵ ਸਿੰਘ ਸਰਾਂ, ਉਹਨਾਂ ਨੇ ਸਰਕਾਰ ਨੂੰ ਭੇਜਿਆ ਵੀ ਸੀ, ਪਰ ਸਰਕਾਰ ਨੇ ਉਸ ਨੂੰ ਰੱਦ ਕਰ ਦਿੱਤਾ। ਤਾਂ ਉਹਦੇ ਨਾਲ ਵੀ ਇਹ ਕਲੇਮ ਕੀਤਾ ਕਿ ਮਾਲਵੇ ਦੀ ਬਹੁਤ ਸਾਰੀ ਜਿਹੜੀ ਪਰਾਲੀ ਹੈ ਉਹ ਬਠਿੰਡੇ ਵਾਲੇ ਥਰਮਲ ਪਲਾਂਟ ਨੇ ਉਹਨੂੰ ਸੰਭਾਲ ਲੈਣਾ ਸੀ। ਇਸ ਕਿਸਮ ਦੇ ਜਿਹੜੇ ਪ੍ਰੋਜੈਕਟ ਹੈ ਉਹ ਲੈ ਕੇ ਆਉਣੇ ਪੈਣਗੇ। ਤਾਂ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਹ ਕਿ ਸਾਡੇ ਜਿਹੜੇ ਰਾਜਨੀਤੀਵਾਨ ਹੈ, ਸਿਆਸੀ ਧਿਰਾਂ ਜਾਂ ਵੱਡੇ ਆਗੂ ਹੈ, ਉਹਨਾਂ ਨੂੰ ਆਪਣੇ ਤੋਂ ਸ਼ੁਰੂਆਤ ਕਰਨੀ ਪਏਗੀ। ਸਿਆਸੀ ਧਿਰਾਂ ਨੂੰ ਇਹ ਕਰਨਾ ਪਊਗਾ ਕਿ ਵਾਤਾਵਰਨ ਨੂੰ ਇੱਕ ਮੁੱਦੇ ਦੇ ਤੌਰ 'ਤੇ, ਇੱਕ ਇਸ਼ੂ ਦੇ ਤੌਰ 'ਤੇ ਆਪਣੀ ਮੈਨੀਫੈਸਟੋ ਦਾ ਹਿੱਸਾ ਬਣਾਉਣਾ ਪਏਗਾ। ਮੈਂ ਨਹੀਂ ਦੇਖਿਆ ਕਿ ਕਦੇ ਪ੍ਰਾਇਓਰਟੀ 'ਤੇ ਪੋਲਿਊਸ਼ਨ, ਵੱਧ ਰਹੇ ਪੋਲਿਊਸ਼ਨ ਨੂੰ ਕਦੇ ਸਰਕਾਰਾਂ ਨੇ ਲਿਆ ਹੋਵੇ, ਸਿਰਫ ਪ੍ਰੋਜੈਕਟਾਂ ਬਾਰੇ ਦੱਸਦੀਆਂ। ਦੂਸਰਾ ਇਹ ਕਿ ਸ਼ੁਰੂਆਤ ਹੈ ਜਿਹੜੀ ਉਹ ਮੁੱਖ ਮੰਤਰੀ ਖੁਦ ਕਰੇ। ਜਿਹੜੇ ਵੀ ਵਜ਼ੀਰ ਨੇ ਸਾਡੇ, ਜਿਹੜੇ ਖੇਤੀ ਕਰਦੇ ਨੇ, ਕਿ ਜਿਨ੍ਹਾਂ ਦੇ ਖੇਤ ਨੇ, ਉਹ ਕਹਿਣ ਕਿ ਦੇਖੋ ਜੀ ਅਸੀਂ ਖੇਤੀ ਵਿਭਿੰਨਤਾ ਦੇ ਰਾਹ 'ਤੇ ਪਏ ਹਾਂ, ਅਸੀਂ ਕਣਕ ਝੋਨੇ ਦੇ ਚੱਕਰ 'ਚੋਂ ਅਸੀਂ ਨਿਕਲਦੇ ਹਾਂ ਪਹਿਲਾਂ, ਜਾਂ ਪਰਾਲੀ ਨੂੰ ਨਹੀਂ ਸਾੜਨਾ, ਆਹ ਦੇਖੋ ਅਸੀਂ ਸਿੱਧੀ ਬਿਜਾਈ ਕਰ ਰਹੇ ਹਾਂ। ਕਿਸਾਨਾਂ ਨੂੰ ਕਰਾਈ ਸੀ ਨਾ ਸਿੱਧੀ ਬਿਜਾਈ ਕਿ ਪਰਾਲੀ ਦੇ ਚੱਕਰ 'ਚੋਂ ਨਿਕਲਣਗੇ, ਪਰ ਉਹ ਵਿਚਾਰੇ ਉਹ ਸਾਰੇ ਸੁੰਡੀ ਪੈ ਗਈ, ਕਣਕ ਦੀ ਦੂਰੀ ਵਾਰ ਬਿਜਾਂਦ ਕਰਨੀ ਪਈ ਸੀਗੀ। ਤਾਂ ਇਹਦੀ ਸ਼ੁਰੂਆਤ ਸਾਡੇ ਲੀਡਰਾਂ ਨੂੰ ਕਰਨੀ ਪਏਗੀ। ਉਹ ਰੋਲ ਮਾਡਲ ਬਣ ਕਿ ਦੇਖੋ ਜੀ ਆਹ ਵਜ਼ੀਰ ਸਾਡਾ ਖੇਤੀ ਮੰਤਰੀ ਹੈ, ਇਹਨੇ ਆਪਣੀ ਪਰਾਲੀ ਨੂੰ ਅੱਗ ਨਹੀਂ ਲਾਈ, ਇਹਨੇ ਸਿੱਧੀ ਬਿਜਾਈ ਕੀਤੀ ਹੈ। ਪਰ ਹੁੰਦਾ ਕੀ ਹੈ, ਅਸੀਂ ਸ਼ੁਰੂਆਤ ਕਰਦੇ ਹਾਂ ਹੇਠਾਂ ਤੋਂ, ਜਿਸ ਕਰਕੇ ਸਾਰੀਆਂ ਸਕੀਮਾਂ ਜਿਹੜੀਆਂ ਫਲਾਪ ਹੋ ਜਾਂਦੀਆਂ ਨੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਦੱਸਿਆ ਵੀ ਕਿ ਕਿਸਾਨ ਨੂੰ ਕੋਈ ਅੱਗ ਲਾਉਣ ਦਾ ਸ਼ੌਂਕ ਨਹੀਂ ਆ, ਪਰਾਲੀ ਬਿਲਕੁਲ ਨਹੀਂ ਸਾੜਨਾ ਚਾਹੁੰਦਾ, ਪਰ ਉਹ ਵੀ ਮਜਬੂਰ ਹੋਇਆ ਬੈਠਾ ਹੈ, ਉਸ ਕੋਲ ਕੋਈ ਚਾਰਾ ਨਹੀਂ ਹੈ, ਕੋਈ ਬਦਲ ਨਹੀਂ ਹੈ। ਜਦਕਿ ਲੋੜ ਇਹ ਹੈ, ਸਰਕਾਰਾਂ ਨੂੰ ਇਸ ਲਈ ਅੱਗੇ ਆਉਣ ਦੀ ਲੋੜ ਹੈ ਤਾਂ ਜੋ ਉਹ ਕਿਸਾਨੀ ਦਾ ਹੱਥ ਫੜਨ ਅਤੇ ਅਜਿਹੀ ਜਿਹੜੀ ਘਟਨਾਵਾਂ ਹੋ ਰਹੀਆਂ ਨੇ ਜਾਂ ਅੱਗ ਦੀਆਂ ਜਿਹੜੀਆਂ ਇਸ ਤਰ੍ਹਾਂ ਦੀ ਵਾਰਦਾਤਾਂ ਵਾਪਰ ਰਹੀਆਂ ਨੇ, ਉਸ 'ਤੇ ਜਿਹੜੇ ਹੈਗੇ ਨੱਥ ਪਾਈ ਜਾ ਸਕੇ। ਪਰ ਸਭ ਤੋਂ ਵੱਡੀ ਗੱਲ ਇਹ ਹੈ, ਪੰਜਾਬ ਦੇ ਮੁੱਖ ਮੰਤਰੀ ਨੂੰ, ਕੈਬਨਿਟ ਨੂੰ ਅਤੇ ਸਰਕਾਰ ਦੇ ਸਾਰੇ ਵਿਧਾਇਕਾਂ ਨੂੰ ਜਿਹੜਾ ਹੈਗਾ ਇਸ ਲਈ ਇਕਜੁੱਟ ਹੋ ਕੇ ਆਵਾਜ਼ ਚੁੱਕਣ ਦੀ ਲੋੜ ਹੈ ਅਤੇ ਲੋਕਾਂ ਲਈ ਕੁਝ ਕਰਨ ਦੀ ਲੋੜ ਹੈ। ਹੋਵੇਗਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।